साल हो गया एक पंजाब सरकार ਨੂੰ ਬਣਿਆ ਹੋਇਆ जी जी ਔਰ ਤੁਹਾਨੂੰ ਵੀ ਲਗਭਗ ਸਾਲ ਹੋ ਚੱਲਿਆ ਐਮਐਲਏ ਬਣੇ बिल्कुल। ਫਿਲਹਾਲ ਕੀ ਪੂਰਾ ਸਟੇਟਸ ਕੀ ਹੈ ਤਾਨਾ ਬਾਨਾ ਕੀ ਹੈ ਹੁਣ ਤੱਕ ਦਾ ਜੇ ਤੁਸੀਂ ਦੇਖਦੇ ਤਾਨਾ ਬਾਨਾ ਦੇਖੋ ਜਦੋਂ ਸਰਕਾਰਾਂ ਬਦਲਦੀਆਂ ਔਰ ਬਦਕਿਸਮਤੀ ਨਾਲ ਆਪੇ ਵਿਧਾਇਕ ਬਣ ਜਾਓ ਤੇ ਸਰਕਾਰ ਨਾ ਹੋਏ ਉਹਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ। ਜੇ ਹਲਕਾ ਸੁਜਾਨਪੁਰ ਦੀ ਗੱਲ ਕਰੀਏ ਤਾਂ ਲਿੰਕ ਰੋਡ ਜਿੰਨੇ ਵੀ ਨੇ ਜੀ ਜੀ ਭਾਵੇਂ ਉਹ ਧਾਰ ਬਲਾਕ ਦੇ ਹੋਣ ਸੁਜਾਨਪੁਰ ਦੇ ਹੋਣ ਜੀ ਜਿੱਥੋਂ ਜਿੱਥੋਂ ਸੁਜਾਨਪੁਰ ਦੀ ਹੱਦ ਹੈਗੀ ਹੈ ਜੀ ਲਿੰਕ ਰੋਡ ਬਹੁਤ ਖਸਤਾ ਹਾਲ ਜੀ ਤੁਹਾਡੇ ਲਾਗੇ ਵੀ ਮੇਨ ਰੋਡ ਜਾਂਦਾ ਉਹਦਾ ਵੀ ਬਹੁਤ ਬੁਰਾ ਹਾਲ ਜੀ। ਔਰ ਧਾਰ ਬਲਾਕ ਦੇ ਵਿੱਚ ਤਾਂ ਇੰਨਾ ਕੁ ਬੁਰਾ ਹਾਲ ਹੈ ਕਿ ਬਜਰੀ ਖਿਲਰ ਕੇ ਢੇਰ ਬਣ ਗਏ ਤੇ ਉੱਥੋਂ ਲੰਘਣਾ ਔਖਾ ਹੈ। ਇਹਨਾਂ ਬਾਰੇ ਕੋਈ ਸਟ੍ਰੈਟਜੀ ਹੈ ਜਾਂ ਕੋਈ ਗੱਲਬਾਤ ਹੋ ਰਹੀ ਹੈ ਸਰਕਾਰ ਨਾਲ? ਇਹ ਜੁਗਿਆਲ ਵਾਲੀ ਰੋਡ ਹੈ ਇਹ ਤੇ ਬਣ ਜਾਣੀ ਹੈ ਠੀਕ ਹੈ ਵੈਰੀ ਸ਼ਾਰਟਲੀ ਇਹ ਸਾਰਾ ਕੰਮ ਕੰਪਲੀਟ ਹੈ ਪੇਪਰਸ ਕੰਪਲੀਟ ਹੈ ਜੀ। ਇਹ ਪੀਐਮ ਪ੍ਰਧਾਨ ਮੰਤਰੀ ਸੜਕ ਯੋਜਨਾ 'ਚ ਇਹ ਬਣ ਜਾਣੀ ਹੈ 18 ਫੁੱਟ ਦੀ ਰੋਡ। ਰਾਈਟ ਜੁਗਿਆਲ ਜਿਹੜੀ ਦੂਸਰੀ ਰੋਡ ਹੈ ਥਰੇਹਾਲ ਵਾਲੀ ਉਹ ਵੀ ਬਣ ਜਾਣੀ ਹੈ ਪਰ ਲੋਕਾਂ ਨੂੰ ਕਾਫੀ ਉਹਦੇ ਨਾਲ ਸੁਵਿਧਾ ਮਿਲੇਗੀ ਜਿੱਥੋਂ ਮਰਜ਼ੀ ਬਣੇ ਜਿਹੜੇ ਮਰਜ਼ੀ ਫੰਡ 'ਚ ਬਣੇ ਪਰ ਲੋਕਾਂ ਨੂੰ ਉਹ ਸੁਵਿਧਾ ਮਿਲਣੀ ਚਾਹੀਦੀ ਹੈ। ਸਰ ਜੇ ਗੱਲ ਕਰੀਏ ਸੁਜਾਨਪੁਰ ਹਲਕੇ ਦੀ ਖਾਸ ਕਰਕੇ ਇਹਦੇ ਵਿੱਚ ਇੱਕ ਐਸਾ ਬਲਾਕ ਹੈ ਧਾਰ ਬਲਾਕ ਜੋ ਕਾਫੀ ਲੰਬੇ ਸਮੇਂ ਤੋਂ ਇੱਥੇ ਬੈਕਵਰਡ ਵੀ ਰਿਹਾ ਹੈ ਜੀ ਔਰ ਜੇ ਗਰਮੀਆਂ ਦੀ ਗੱਲ ਕਰੀਏ ਤੇ ਪਾਣੀ ਦੀ ਬਹੁਤ ਕਿੱਲਤ ਰਹਿੰਦੀ ਹੈ ਤੇ ਇੱਕ ਮੇਨ ਚੀਜ਼ ਇਸ ਵੇਲੇ ਜਿਹੜੀ ਦਿੱਕਤ ਆ ਰਹੀ ਹੋਵੇ ਆ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਲਾਈਟ ਦੀ ਬਹੁਤ ਪਰੇਸ਼ਾਨੀ ਹੈ। ਸਰਕਾਰ ਨੇ ਲੋਕਾਂ ਨੂੰ ਬਿਜਲੀ 600 ਯੂਨਿਟ ਫ੍ਰੀ ਦਿੱਤੀ ਹੈ 2 ਮਹੀਨਿਆਂ ਦੀ 300 ਯੂਨਿਟ ਪਰ ਮੰਥ ਪਰ ਲਾਈਟ ਹੀ ਨਹੀਂ ਆਏਗੀ ਤੇ ਫ੍ਰੀ ਕਰਨ ਦਾ ਫਾਇਦਾ ਕੀ? ਅਗਰ ਬਿਜਲੀ ਬੋਰਡ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਜੂਝ ਰਿਹਾ ਤੇ ਕੱਟਾਂ ਦੀ ਕੋਈ ਜਿਹੜੇ ਕੱਟਸ ਲੱਗ ਰਹੇ ਆ ਉਹਦਾ ਕੋਈ ਟਾਈਮ ਫਿਕਸ ਕਰੋ ਜਿਸਲੇ ਰਾਤ ਪੈਂਦੀ ਹੈ ਇੱਕ ਆਦਮੀ ਆਪਣੀ ਮਜ਼ਦੂਰੀ ਕਰਕੇ ਦਿਹਾੜੀ ਲਗਾ ਕੇ ਘਰ ਜਾਂਦਾ ਤੇ ਲਾਈਟ ਚਲੀ ਜਾਂਦੀ ਹੈ ਰੋਟੀ ਬਣਾਉਣ ਦੇ ਲਾਲੇ ਪੈ ਜਾਂਦੇ ਆ। ਧਾਰ ਬਲਾਕ ਦੇ ਵਿੱਚ ਸੁਜਾਨਪੁਰ ਦੇ ਵਿੱਚ ਇੱਕ ਨਾ ਕਿਸਾਨ ਮੋਰਚਾ ਇੱਕ ਬਣਿਆ ਹੋਇਆ ਜੀ ਥੋੜੀ ਦੇਰ ਤੋਂ ਹੋਣ ਦੇ ਵਿੱਚ ਆਇਆ ਜਿਹਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਸਰਪੰਚ ਪੰਚ ਸਾਰੇ ਇਨਵੋਲਵ ਨੇ ਜੀ ਉਹਨਾਂ ਦੇ ਏਜੰਡੇ ਬਾਰੇ ਨੌਲੇਜ ਹੈ ਕੋਈ ਕਿ ਉਹ ਕੀ ਚਾਹੁੰਦੇ ਨੇ ਜਾਂ ਕੀ ਮੋਰਚਾ ਕਿਉਂ ਸੰਘਰਸ਼ ਕਰ ਰਿਹਾ? ਮੈਨੂੰ ਦੇਖੋ ਗੱਲ ਸਮਝ ਆਉਂਦੀ ਹੈ ਕਿ ਜਿਹੜੇ ਲੋਕੀ ਉੱਥੇ ਐਜੀਟੇਸ਼ਨ ਕਰ ਰਹੇ ਆ ਉਹ 27,500 ਏਕੜ ਜਿਹੜੀ ਵਨ ਵਿਭਾਗ ਦੇ ਨਾਮ ਤੇ ਚੜ ਗਈ ਹੈ ਜੀ ਉਹਦਾ ਕੁਐਸਚਨ ਵਿਧਾਨ ਸਭਾ ਦੇ ਵਿੱਚ ਅਸ਼ਵਨੀ ਜੀ ਨੇ ਚੁੱਕਿਆ ਸੀ ਮੈਂ ਵੀ ਚੁੱਕਣਾ ਸੀ ਬਟ ਮੈਨੂੰ ਚਾਂਸ ਨਹੀਂ ਮਿਲਿਆ ਇਸ ਗੱਲ ਤੇ ਗੱਲ ਕਰਨ ਦਾ ਜੀ ਔਰ 27,500 ਏਕੜ ਕੇਸ ਕਿਸੇ ਦਾ ਸੀ ਛੋਟਾ ਜਿਹਾ ਕੋਈ 150 ਏਕੜ ਦਾ ਤੇ ਇਫੈਕਟਡ ਹੋ ਗਏ ਸਾਰੇ 27,500 ਬੰਦਾ। ਮੈਂ ਕੋਸ਼ਿਸ਼ ਕਰਾਂਗਾ ਇਸ ਵਾਰੀ ਫਿਰ ਕੁਐਸਚਨ ਇਹ ਚੁੱਕਾਂ ਦੁਬਾਰਾ ਜਿਹੜੀ ਲੋਕਾਂ ਦੀ ਬੰਦਾ ਹੱਕ ਹੈ ਉਹਨਾਂ ਨੂੰ ਮਿਲੇ। ਇਹ ਬੜੀ ਵੱਡੀ ਗੱਲ ਨਾ ਕਰੀਏ ਆਪਾਂ ਸਿਰਫ ਆਪਣੇ ਹਲਕੇ ਦੀ ਗੱਲ ਕਰੀਏ ਜ਼ਿਲ੍ਹਾ ਪਠਾਨਕੋਟ ਦੀ ਕਾਂਗਰਸ ਦੀ ਕੀ ਇਸ ਵੇਲੇ ਸਟ੍ਰੈਟਜੀ ਹੈ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਉਹ ਲੈ ਕੇ ਸਾਰੇ ਚੱਲ ਰਹੇ ਕਿਉਂਕਿ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ 24 ਵਾਲੀ ਜੀ ਉਹ 24 ਨੂੰ ਤੁਹਾਡੇ ਸਾਹਮਣੇ ਸਭ ਕੁਝ ਆ ਜਾਂਦਾ ਲੋਕੀ ਬਹੁਤ ਪਰੇਸ਼ਾਨ ਹੈ ਮਹਿੰਗਾਈ ਬਹੁਤ ਹੈ। ਦੇਖੋ ਪਿਛਲੇ ਜਦੋਂ ਸੈਸ਼ਨ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਮੀਡੀਆ ਨੇ ਵੀ ਕਵਰ ਕੀਤਾ ਪਹਿਲੇ ਮੈਂ ਸਵਾਲ ਕੀਤਾ ਉੱਥੇ ਮੰਤਰੀ ਜੀ ਨੂੰ ਜਿਹੜੇ ਸਾਡੇ ਜਲ ਸੰਸਾਧਨ ਮੰਤਰੀ ਆ ਔਰ ਜਿਹੜੇ ਸਾਡੇ ਬਿਜਲੀ ਮੰਤਰੀ ਦੋਨਾਂ ਨੂੰ ਕੀਤਾ ਜੀ ਮੈਂ ਮੈਂ ਕਿਹਾ ਕਿ ਤੁਸੀਂ ਝੀਲ ਦਾ ਪਾਣੀ ਪੀ ਕੇ ਦੇਖੋ ਇੱਕ ਗਿਲਾਸ ਪਾਣੀ ਪੀ ਲਓ ਮੇਰੇ ਖਿਆਲ ਹਸਪੀਟਲ ਐਡਮਿਟ ਹੋਣਾ ਪਏਗਾ ਪਰ ਬਦਕਿਸਮਤੀ ਹੈ ਕਿ ਮੇਰੇ ਧਾਰ ਬਲਾਕ ਤੇ ਏਡੇ ਅੱਛੇ ਲੋਕ ਹੈ ਔਰ ਉਹਨਾਂ ਦੇ ਪਾਕ ਸਾਫ਼ ਬੰਦੇ ਆ ਜਿਹਦੇ ਨਾਲ ਪਿਆਰ ਕਰਦੇ ਬਹੁਤ ਪਿਆਰ ਕਰਦੇ ਆ ਔਰ ਉਹ ਪਾਣੀ ਪੀਣ ਤੇ ਮਜਬੂਰ ਹੈ। ਸੁਜਾਨਪੁਰ ਵਾਸਤੇ ਬੱਸ ਸਟੈਂਡ ਮੰਗਿਆ ਸੀ ਸੀਐਮ ਸਾਹਿਬ ਨੇ ਖੁਦ ਇੰਸ਼ੋਰੈਂਸ ਦਿੱਤੀ ਸੀ ਖੜੇ ਹੋ ਗਏ ਕਿ ਸੁਜਾਨਪੁਰ ਅਬੋਹਰ ਬੱਸ ਸਟੈਂਡ ਬਣੇਗਾ ਉਹ ਵੀ ਅਦਰ ਚ ਲਟਕਿਆ। ਸੋ ਸਰਕਾਰ ਨੂੰ ਮੰਗ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਸਾਨੂੰ ਉਹ ਡਿਸਕ੍ਰਿਸ਼ਨਰੀ ਫੰਡ ਵੀ ਪ੍ਰੋਵਾਈਡ ਕੀਤੇ ਜਾਣ ਤਾਂ ਜੋ ਲੋਕੀ ਜਿਹੜੇ ਜੂਝ ਰਹੇ ਆ ਬੁਨਿਆਦੀ ਸੁਵਿਧਾ ਨਾਲ ਉਹਨਾਂ ਨੂੰ ਐਮਐਲਏ ਪੂਰਾ ਕਰਨ ਦਾ ਯਤਨ ਕਰਨ। ਸੋ ਸਨੀ ਦਿਓਲ ਵਾਲਾ ਐਪੀਸੋਡ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ 5 ਸਾਲ ਵਾਲਾ ਜਿਹੜਾ? ਚਲੋ ਨਹੀਂ ਆ ਪਾਏ ਉਹਦਾ ਸਾਰਿਆਂ ਨੂੰ ਇਸ ਗੱਲ ਦਾ ਮਲਾਲ ਤੇ ਜ਼ਰੂਰ ਹੈ ਜੀ ਪਰ ਉਹਨਾਂ ਦੇ ਆਪਣੇ ਕਈ ਪਰਸਨਲ ਰੀਜ਼ਨ ਹੋ ਸਕਦੇ ਆ ਪਰ ਮੈਂ ਕਹਿੰਦਾ ਕਿ ਸਨੀ ਜੀ ਅਗਰ ਨਹੀਂ ਆ ਪਾਏ ਮੇਰਾ ਸੁਜਾਨਪੁਰ ਬੜਾ ਤਰਾਸਦੀ ਦਾ ਮਾਰਿਆ ਬੜੀ ਇੱਥੇ ਰਾਜਨੀਤਿਕ ਉਠਾਪਟਲ ਦੇ ਨਾਲ ਨੁਕਸਾਨ ਹੋਇਆ ਇਸ ਹਲਕੇ ਨੂੰ। ਮੈਂ ਚਾਹਾਂਗਾ ਕਿ ਜਿਹੜਾ ਉਹਨਾਂ ਨੂੰ 5 ਕਰੋੜ ਰੁਪਏ ਦਾ ਫੰਡ ਮਿਲਦਾ ਸਾਲਾਨਾ ਐਮਪੀ ਡਿਵੈਲਪਮੈਂਟ ਫੰਡ ਮਿਲਦਾ ਉਹ ਸੁਜਾਨਪੁਰ ਹਲਕੇ ਨੂੰ ਦੇਣ ਇਹਦੀ ਨੁਹਾਰ ਬਦਲੇ ਔਰ ਇਹਦਾ ਕ੍ਰੈਡਿਟ ਸਨੀ ਜੀ ਨੂੰ ਵੀ ਜਾਏ। ਮੈਂ ਤਾਂ ਇਹੋ ਹੀ ਰਿਕੁਐਸਟ ਕਰਾਂਗਾ ਦਿਨੇਸ਼ ਜੀ ਨੂੰ ਕਿ ਤੁਸੀਂ ਵੀ ਪਾਰਟੀ ਦੇ ਵਿਧਾਇਕ ਰਹੇ ਹੋ ਤੁਸੀਂ ਡਿਪਟੀ ਸਪੀਕਰ ਰਹੇ ਹੋ ਔਰ ਤੁਹਾਡੇ ਮੈਂਬਰ ਪਾਰਲੀਮੈਂਟ ਹੈ ਜਿੱਦਾਂ ਮੈਂ ਰਿਕੁਐਸਟ ਕੀਤੀ ਸਨੀ ਜੀ ਨੂੰ ਉਹੋ ਹੀ ਮੈਂਬਰ ਪਾਰਲੀਮੈਂਟ ਦੇ ਐਮਪੀ ਡਿਵੈਲਪਮੈਂਟ ਫੰਡ ਇੱਥੇ ਲਿਆਉਣ ਸੁਜਾਨਪੁਰ 'ਚ ਜੋ ਤੁਸੀਂ 5 ਸਾਲ ਨਹੀਂ ਕਰ ਪਾਏ ਔਰ 1 ਸਾਲ 'ਚ ਮੈਂ ਨਹੀਂ ਕਰ ਪਾਇਆ ਉਹ ਰਲ ਮਿਲ ਕੇ ਪ੍ਰਯਾਸ ਕਰੀਏ ਸੁਜਾਨਪੁਰ ਦੇ ਹਲਕੇ ਦੀ ਮਕਸਦ ਇੱਕੋ ਹੀ ਹੈ ਕਿ ਸਾਡਾ ਇਲਾਕਾ ਸਾਡੇ ਲੋਕ ਖੁਸ਼ਹਾਲ ਹੋਣ। ਜੈ ਹਿੰਦ ਦੋਸਤੋ ਤੁਸੀਂ ਦੇਖ ਰਹੇ ਹੋ TNN ਔਰ TNN ਤੁਹਾਡੇ ਲਈ ਹਰ ਉਹ ਜਾਣਕਾਰੀ ਲੈ ਕੇ ਆਉਂਦਾ ਜਿਹਦਾ ਜਾਣਨਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ।
ਸੋ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਗੱਲਾਂ ਹੋ ਰਹੀਆਂ ਨੇ 2024 ਦੇ ਇਲੈਕਸ਼ਨਸ ਨੂੰ ਲੈ ਕੇ। ਸੋ ਵੋਟਾਂ ਤੁਸੀਂ ਪਾਣੀਆਂ ਔਰ ਕੀ ਸੋਚ ਕੇ ਪਾਣੀਆਂ ਇਹ ਤੁਸੀਂ ਜਿਹੜੀ ਵੀ ਸਰਕਾਰ ਮੌਕੇ ਦੀ ਹੁੰਦੀ ਹੈ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਡਿਸਾਈਡ ਕਰਦੇ ਹੋ। ਸੋ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਉਸ ਨੁਮਾਇੰਦੇ ਦੇ ਨਾਲ ਰੂਬਰੂ ਕਰਵਾਇਆ ਜਾਏ ਜੋ ਕਿਤੇ ਨਾ ਕਿਤੇ ਡਾਇਰੈਕਟ ਸੰਬੰਧਿਤ ਹੈ ਇਹਨਾਂ ਸਭ ਮੁੱਦਿਆਂ ਦੇ ਨਾਲ। ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਨਾਲ ਹਲਕਾ ਸੁਜਾਨਪੁਰ ਤੋਂ MLA ਨਰੇਸ਼ ਪੁਰੀ ਜੀ ਨੇ ਜੋ ਕਿ ਇਸ ਵੇਲੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ, ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਵੇਲੇ ਸੁਜਾਨਪੁਰ ਦੀ ਔਰ ਜ਼ਿਲ੍ਹਾ ਪਠਾਨਕੋਟ ਦੀ ਮੌਜੂਦਾ ਸਥਿਤੀ ਕੀ ਹੈ। ਪੁਰੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ TNN ਦੇ ਵਿੱਚ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ ਸਾਲ ਹੋ ਗਿਆ ਇੱਕ ਪੰਜਾਬ ਸਰਕਾਰ ਨੂੰ ਬਣਿਆ ਹੋਇਆ ਜੀ ਜੀ। ਔਰ ਤੁਹਾਨੂੰ ਵੀ ਲਗਭਗ ਸਾਲ ਹੋ ਚੱਲਿਆ MLA ਬਣੇ। ਬਿਲਕੁਲ ਜੀ। ਫਿਲਹਾਲ ਕੀ ਪੂਰਾ ਸਟੇਟਸ ਕੀ ਹੈ, ਤਾਣਾ ਬਾਣਾ ਕੀ ਹੈ ਹੁਣ ਤੱਕ ਦਾ ਜੇ ਤੁਸੀਂ ਦੇਖਦੇ ਹੋ? ਤਾਣਾ ਬਾਣਾ ਦੇਖੋ, ਜਦੋਂ ਸਰਕਾਰਾਂ ਬਦਲਦੀਆਂ ਔਰ ਬਦਕਿਸਮਤੀ ਨਾਲ ਆਪੇ ਵਿਧਾਇਕ ਬਣ ਜਾਓ ਤੇ ਸਰਕਾਰ ਨਾ ਹੋਏ, ਉਹਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ ਲੀਡਰ ਨੂੰ ਵੀ ਔਰ ਜਨਤਾ ਨੂੰ ਵੀ ਜੀ। ਕਿਉਂਕਿ ਸਾਡੇ ਇਲਾਕੇ ਦੇ ਵਿੱਚ ਮੈਂ ਕਾਂਗਰਸ ਦਾ MLA ਹਾਂ ਔਰ ਸਰਕਾਰ ਆਪ ਦੀ ਹੈ ਤੇ ਡਿਵੈਲਪਮੈਂਟ ਦੇ ਕੰਮ ਸਾਰੇ ਰੁਕੇ ਦੇ ਹੈ। ਮੇਰੀ ਹੁਣ ਵੀ DC ਸਾਹਿਬ ਨਾਲ ਗੱਲ ਹੋਈ ਹੈ ਕਿ ਜਿਹੜੇ ਬੁਨਿਆਦੀ ਕੰਮ ਹੈ, ਲੋਕਾਂ ਦੀ ਜ਼ਰੂਰਤਾਂ ਉਹਨਾਂ ਨੂੰ ਅੱਜ ਮਿਨਰਲ ਫਾਊਂਡੇਸ਼ਨ ਦੀ ਮੀਟਿੰਗ ਹੈ ਉਹਦੇ ਵਿੱਚ ਪਾਓ ਤਾਂ ਜੋ ਜਿਹੜੇ ਬਹੁਤ ਜ਼ਰੂਰੀ ਕੰਮ ਹੈ ਅਗਰ ਸਰਕਾਰ ਕੋਲ ਫੰਡਸ ਨਹੀਂ ਹੈ ਤਾਂ ਘੱਟੋ ਘੱਟ ਲੋਕਾਂ ਦੇ ਉਹ ਕੰਮ ਕਰਵਾਈਏ। ਹਾਂ ਸਰ, ਜੇ ਗੱਲ ਕਰੀਏ ਸੁਜਾਨਪੁਰ ਹਲਕੇ ਦੀ, ਖਾਸ ਕਰਕੇ ਇਹਦੇ ਵਿੱਚ ਇੱਕ ਐਸਾ ਬਲਾਕ ਹੈ ਧਾਰ ਬਲਾਕ ਜੋ ਕਾਫੀ ਲੰਬੇ ਸਮੇਂ ਤੋਂ ਇੱਥੇ ਬੈਕਵਰਡ ਵੀ ਰਿਹਾ ਹੈ ਔਰ ਜੇ ਗਰਮੀਆਂ ਦੀ ਗੱਲ ਕਰੀਏ ਤੇ ਪਾਣੀ ਦੀ ਬਹੁਤ ਕਿੱਲਤ ਰਹਿੰਦੀ ਹੈ ਤੇ ਇੱਕ ਮੇਨ ਚੀਜ਼ ਇਸ ਵੇਲੇ ਜਿਹੜੀ ਦਿੱਕਤ ਆ ਰਹੀ ਹੈ ਉਹ ਇਹ ਆ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਲਾਈਟ ਦੀ ਬਹੁਤ ਪਰੇਸ਼ਾਨੀ ਹੈ। ਬੱਤੀ ਜਿਹੜੀ ਆ 6-6 ਘੰਟੇ 8-8 ਘੰਟੇ ਜਿਹੜਾ ਕੱਟ ਲੱਗ ਰਿਹਾ ਔਰ ਬਿਨਾਂ ਦੱਸੇ ਕੋਈ ਇੰਟੀਮੇਸ਼ਨ ਨਹੀਂ ਆਉਂਦੀ, ਸਵੇਰੇ ਲੱਗ ਜਾਂਦਾ ਸ਼ਾਮੀ ਵੀ ਲੱਗ ਜਾਂਦਾ, ਰੈਗੂਲਰ ਕੱਟ ਲੱਗ ਰਹੇ ਨੇ, ਉਹਦੇ ਬਾਰੇ ਕੀ ਕਹਿਣਾ? ਔਰ ਲਾਈਟ ਦਾ ਜਿਹੜਾ ਤੁਸੀਂ ਕੁਐਸਚਨ ਕੀਤਾ, ਸਰਕਾਰ ਨੇ ਲੋਕਾਂ ਨੂੰ ਬਿਜਲੀ 600 ਯੂਨਿਟ ਫ੍ਰੀ ਦਿੱਤੀ ਹੈ 2 ਮਹੀਨਿਆਂ ਦੀ, 300 ਯੂਨਿਟ ਪਰ ਮੰਥ, ਪਰ ਲਾਈਟ ਹੀ ਨਹੀਂ ਆਏਗੀ ਤੇ ਫ੍ਰੀ ਕਰਨ ਦਾ ਫਾਇਦਾ ਕੀ? ਅਗਰ ਬਿਜਲੀ ਬੋਰਡ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਜੂਝ ਰਿਹਾ ਤੇ ਕੱਟਾਂ ਦੀ ਕੋਈ ਜਿਹੜੇ ਕੱਟਸ ਲੱਗ ਰਹੇ ਆ ਉਹਦਾ ਕੋਈ ਟਾਈਮ ਫਿਕਸ ਕਰੋ। ਜਿਸਲੇ ਰਾਤ ਪੈਂਦੀ ਹੈ ਇੱਕ ਆਦਮੀ ਆਪਣੀ ਮਜ਼ਦੂਰੀ ਕਰਕੇ ਦਿਹਾੜੀ ਲਗਾ ਕੇ ਘਰ ਜਾਂਦਾ ਤੇ ਲਾਈਟ ਚਲੀ ਜਾਂਦੀ ਹੈ, ਰੋਟੀ ਬਣਾਉਣ ਦੇ ਲਾਲੇ ਪੈ ਜਾਂਦੇ ਆ। ਸਰਕਾਰ ਨੂੰ ਚਾਹੀਦਾ ਕਿ ਅਗਰ ਕੱਟਸ ਲਗਾ ਕੇ ਕੁਝ ਕੰਪਨਸੇਟ ਕਰਨਾ ਉਹਨਾਂ ਨੇ ਆਪਣੇ ਵਿਭਾਗ ਨੂੰ ਤੇ ਕੱਟਸ ਦੇ ਮਾਰਨਿੰਗ ਟਾਈਮ ਤੇ ਲਗਾਏ ਜਾਣ ਔਰ ਉਹਨਾਂ ਦਾ ਕੁਝ ਟਾਈਮ ਪੀਰੀਅਡ ਫਿਕਸ ਕੀਤਾ ਜਾਏ। ਇਹ ਨਹੀਂ 8-8 ਘੰਟੇ ਦੇ ਇਕੱਠੇ ਕੱਟ ਲਗਾਤੇ ਜਾਣ ਕਿਉਂਕਿ ਉੱਥੇ ਧਾਰ ਬਲਾਕ 'ਚ ਪਾਣੀ ਦੀ ਲਿਫਟਿੰਗ ਵੀ ਹੋਣੀ ਹੁੰਦੀ ਹੈ। ਇਸ ਕਰਕੇ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗਾ ਕਿ ਕਿਰਪਾ ਕਰਕੇ ਇਸ ਮਸਲੇ ਨੂੰ ਆਪਣੇ ਧਿਆਨ ਦੇ ਵਿੱਚ ਲਿਆਓ। ਦੇਖੋ, ਪਿਛਲੇ ਜਦੋਂ ਸੈਸ਼ਨ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ, ਮੀਡੀਆ ਨੇ ਵੀ ਕਵਰ ਕੀਤਾ, ਪਹਿਲੇ ਮੈਂ ਸਵਾਲ ਕੀਤਾ ਉੱਥੇ ਮੰਤਰੀ ਜੀ ਨੂੰ, ਜਿਹੜੇ ਸਾਡੇ ਜਲ ਸੰਸਾਧਨ ਮੰਤਰੀ ਆ ਔਰ ਜਿਹੜੇ ਸਾਡੇ ਬਿਜਲੀ ਮੰਤਰੀ, ਦੋਨਾਂ ਨੂੰ ਕੀਤਾ ਜੀ। ਮੈਂ ਕਿਹਾ ਕਿ ਤੁਸੀਂ ਝੀਲ ਦਾ ਪਾਣੀ ਪੀ ਕੇ ਦੇਖੋ, ਇੱਕ ਗਿਲਾਸ ਪਾਣੀ ਪੀ ਲਓ, ਮੇਰੇ ਖਿਆਲ ਹਸਪੀਟਲ ਐਡਮਿਟ ਹੋਣਾ ਪਏਗਾ। ਔਰ ਬਦਕਿਸਮਤੀ ਹੈ ਕਿ ਮੇਰੇ ਧਾਰ ਬਲਾਕ ਤੇ ਏਡੇ ਅੱਛੇ ਲੋਕ ਹੈ ਔਰ ਉਹਨਾਂ ਦੇ ਪਾਕ ਸਾਫ ਬੰਦੇ ਆ ਜਿਹਦੇ ਨਾਲ ਪਿਆਰ ਕਰਦੇ, ਬਹੁਤ ਪਿਆਰ ਕਰਦੇ ਆ ਔਰ ਉਹ ਪਾਣੀ ਪੀਣ ਤੇ ਮਜਬੂਰ ਹੈ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਧਾਰ ਬਲਾਕ ਜਿੰਨੇ ਥੀਨ ਡੈਮਸ ਆਪਣੀ ਹਿੰਦੁਸਤਾਨ ਸਰਕਾਰ ਨੂੰ ਦਿੱਤਾ, ਕਰੋੜਾਂ ਅਰਬਾਂ ਰੁਪਇਆਂ ਦਾ ਪੰਜਾਬ ਸਰਕਾਰ ਨੂੰ ਰੈਵਨਿਊ ਆ ਰਿਹਾ ਔਰ ਗਵਰਨਮੈਂਟ ਆਫ ਇੰਡੀਆ ਨੂੰ ਆ ਰਿਹਾ, ਉਹਨਾਂ ਨੂੰ ਕੋਈ ਰਿਆਇਤ ਦਿੱਤੀ ਜਾਏ ਕਿ ਬਿਜਲੀ ਸਸਤੀ ਹੋਏ। ਬਿਜਲੀ ਸਸਤੀ ਕਰਕੇ ਉਹਨਾਂ ਨੂੰ ਕੁਝ ਐਸੀ ਸੁਵਿਧਾ ਦਿੱਤੀ ਜਾਏ ਜਿਹਦੇ ਨਾਲ ਉਹਨਾਂ ਨੂੰ ਲੱਗੇ ਕਿ ਹਾਂ ਅਗਰ ਸਾਡੀ ਜ਼ਮੀਨਾਂ ਅਕਵਾਇਰ ਹੋਈਆਂ ਤਾਂ ਸਾਡਾ ਨੁਕਸਾਨ ਨਹੀਂ, ਸਾਨੂੰ ਫਾਇਦਾ ਹੀ ਹੋਇਆ। ਬਟ ਉਹਨਾਂ ਨੇ ਮੇਰੀ ਗੱਲ ਉਹ ਵੀ ਟਾਲਤੀ ਕਿਉਂਕਿ ਬਤੌਰੇ ਮੈਂ ਆਪੋਜੀਸ਼ਨ ਦਾ ਵਿਧਾਇਕ ਸੀ, ਮੇਰੀ ਗੱਲ ਨੂੰ ਉਹਨਾਂ ਨੇ ਕਿਤੇ ਨੇਪਰੇ ਨਹੀਂ ਚਾੜਿਆ। ਹੁਣ ਜਿਹੜੀ ਜਦੋਂ ਲਾਈਟ ਹੀ ਨਹੀਂ ਹੋਏਗੀ, ਮੈਂ ਉਹਨਾਂ ਨੂੰ ਕਿਹਾ ਕੋਈ ਲਿਫਟ ਇਰੀਗੇਸ਼ਨ ਦਾ ਜਾਂ ਕੋਈ ਪਾਣੀ ਦੀ ਸਪਲਾਈ ਜਿਹਦੇ ਨਾਲ ਉੱਥੋਂ ਆਪਾਂ ਉਹਨੂੰ ਪਿਉਰੀਫਾਈ ਕਰਕੇ ਲੋਕਾਂ ਨੂੰ ਪੀਣ ਵਾਸਤੇ ਦਈਏ, ਤੇ ਜੇ ਬਿਜਲੀ ਨਹੀਂ ਹੋਏਗੀ ਤਾਂ ਪਾਣੀ ਦੀ ਸਪਲਾਈ ਕਿੱਦਾਂ ਹੋਏਗੀ? ਤੁਸੀਂ ਸਾਰੇ ਜਾਣੋ ਜੋ ਪਿਛਲੇ ਸੈਸ਼ਨ 'ਚ ਹੋਇਆ ਔਰ ਟਾਈਮ ਟੂ ਟਾਈਮ ਮੈਂ ਉੱਥੇ ਵੀ ਜਾ ਕੇ, ਹੁਣ ਜਦੋਂ ਨਵਾਂ ਦੁਬਾਰਾ ਸੈਸ਼ਨ ਆ ਰਿਹਾ ਮੈਂ ਫਿਰ ਉਹਨਾਂ ਦੇ ਸਵਾਲ ਚੁੱਕਣੇ ਆ। ਸੁਜਾਨਪੁਰ ਵਾਸਤੇ ਬੱਸ ਸਟੈਂਡ ਮੰਗਿਆ ਸੀ, CM ਸਾਹਿਬ ਨੇ ਖੁਦ ਇੰਸ਼ੋਰੈਂਸ ਦਿੱਤੀ ਸੀ ਖੜੇ ਹੋ ਗਏ ਕਿ ਸੁਜਾਨਪੁਰ ਅਬੋਹਰ ਬੱਸ ਸਟੈਂਡ ਬਣੇਗਾ, ਉਹ ਵੀ ਅਦਰ 'ਚ ਲਟਕਿਆ। ਤੇ ਸੋ ਬੜੀ ਮਾਯੂਸੀ ਹੁੰਦੀ ਹੈ, ਪਰ ਮੈਨੂੰ ਫਿਰ ਵੀ ਵਿਸ਼ਵਾਸ ਹੈ ਕਿ ਮਾਨ ਸਾਹਿਬ ਜਿਹੜੇ ਸਟ੍ਰੇਟ ਫਾਰਵਰਡ ਆਦਮੀ ਹੈ, ਸੁਜਾਨਪੁਰ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਏਗਾ ਔਰ ਮੈਂ ਉਹਦੇ ਵਿੱਚ ਇੱਕ ਬ੍ਰਿਜ ਦਾ ਕੰਮ ਕਰਾਂਗਾ ਸਰਕਾਰ ਔਰ ਸੁਜਾਨਪੁਰ ਦੀ ਜਨਤਾ ਦੇ ਵਿੱਚ, ਤਾਂ ਜੋ ਜਿਹੜੀ ਤਰੱਕੀ ਹੈ ਰੁਕੀ ਪਈ ਹੈ ਉਹ ਪੂਰੀ ਹੋਏ। ਸੋ ਵਿਰੋਧੀਆਂ ਦਾ ਇਹ ਕਹਿਣਾ ਹੈ ਕਿ ਕਿਤੇ ਨਾ ਕਿਤੇ ਚਾਹੀਦਾ ਕਿ ਧਰਨੇ ਪ੍ਰਦਰਸ਼ਨ ਹੋਣ, ਜੇ ਨਹੀਂ ਸਰਕਾਰ ਦੇ ਵਿੱਚ ਸਾਡੇ ਲਿੰਕ ਹੈ ਇਸ ਲਈ ਸਰਕਾਰ ਸਾਡੀ ਨਹੀਂ, ਤੇ ਧਰਨੇ ਪ੍ਰਦਰਸ਼ਨ ਹੋਣ ਤਾਂ ਕਿ ਸਰਕਾਰ ਜੇ ਉਸ ਤਰ੍ਹਾਂ ਨਹੀਂ ਤੇ ਮੀਡੀਆ ਰਾਹੀਂ ਅਗਰ ਇਸ ਤਰ੍ਹਾਂ ਦੀਆਂ ਖਬਰਾਂ ਲੱਗਦੀਆਂ ਕੋਈ ਧਰਨੇ ਪ੍ਰਦਰਸ਼ਨ ਹੁੰਦੇ ਆ ਤੇ ਸ਼ਾਇਦ ਕੋਈ ਮਸਲੇ ਦਾ ਹੱਲ ਨਿਕਲੇ। ਨਹੀਂ ਦੇਖੋ, ਜਿੱਥੋਂ ਤੱਕ ਮੈਂ ਸਮਝਦਾ, ਮੈਂ ਧਰਨਿਆਂ ਦੇ ਹੱਕ ਦੇ ਵਿੱਚ ਨਹੀਂ ਹੈ ਕਿ ਜਿਹਦੇ ਨਾਲ ਆਮ ਜਨਤਾ ਨੂੰ ਕੋਈ ਪ੍ਰੋਬਲਮ ਹੋਏ, ਕਿ ਸੜਕਾਂ ਰੋਕੀਆਂ ਜਾਣ, ਕੋਈ ਤੋੜ ਫੋੜ ਹੋਏ, ਕੋਈ
ਐਜੀਟੇਸ਼ਨਸ ਹੋਣ। ਮੈਂ ਚਾਹੁੰਦਾ ਕਿ ਜੋ ਵੀ ਕੰਮ ਚੱਲ ਰਿਹਾ ਸਮੂਥਲੀ ਹੋਏ, ਔਰ ਮੈਨੂੰ ਪੂਰੀ ਉਮੀਦ ਹੈ ਸਰਕਾਰ ਕੋਲੋਂ ਕਿ ਜਿਸ ਤਰ੍ਹਾਂ ਬਾਕੀ ਸਟੇਟਸ ਦੇ ਵਿੱਚ ਐਮਐਲਏ ਨੂੰ ਡਿਸਕ੍ਰਿਸ਼ਨਰੀ ਫੰਡ ਦਿੰਦੇ ਆ, ਮੈਂ ਵੀ ਸਰਕਾਰ ਕੋਲ ਮੰਗ ਕਰਨਾ ਕਿ 2.5-3 ਕਰੋੜ ਰੁਪਈਆ ਹਰ ਐਮਐਲਏ ਨੂੰ ਦਿੱਤਾ ਜਾਏ। ਐਸੀ ਤੇ ਆਪੋਜੀਸ਼ਨ ਦੇ ਮਾਤਰ 25 ਐਮਐਲਏ ਆ, ਬਾਕੀ ਤੇ ਇਹਨਾਂ ਦੇ 92 ਐਮਐਲਏ। ਸੋ ਸਰਕਾਰ ਨੂੰ ਮੰਗ ਕਰਾਂਗਾ ਤੁਹਾਡੇ ਬਿਹਾਫ ਤੇ ਕਿ ਮਤਲਬ ਤੁਹਾਡੇ ਮਾਧਿਅਮ ਰਾਹੀਂ ਕਿ ਸਾਨੂੰ ਉਹ ਡਿਸਕ੍ਰਿਸ਼ਨਰੀ ਫੰਡ ਵੀ ਪ੍ਰੋਵਾਈਡ ਕੀਤੇ ਜਾਣ, ਤਾਂ ਜੋ ਲੋਕੀ ਜਿਹੜੇ ਜੂਝ ਰਹੇ ਆ ਬੁਨਿਆਦੀ ਸੁਵਿਧਾ ਨਾਲ ਉਹਨਾਂ ਨੂੰ ਐਮਐਲਏ ਪੂਰਾ ਕਰਨ ਦਾ ਯਤਨ ਕਰਨ, ਕਿਉਂਕਿ ਉਹਦਾ ਅਗਰ ਐਸੀ ਕੋਈ ਕੰਮ ਕਰਾਂਗੇ ਉਹਦਾ ਕ੍ਰੈਡਿਟ ਸਰਕਾਰ ਨੂੰ ਵੀ ਜਾਏਗਾ। ਤਾਂ ਸੋ ਦੋਨੋਂ ਪਾਰਟੀਆਂ ਨੂੰ ਉਹਦਾ ਕ੍ਰੈਡਿਟ ਮਿਲਣਾ ਚਾਹੀਦਾ, ਔਰ ਮਿਲੇਗਾ ਵੀ ਅਗਰ ਸਰਕਾਰ ਨਿਰਪੱਖ ਹੋ ਕੇ ਕੰਮ ਕਰਦੀ ਹੈ। ਜੇ ਹਲਕਾ ਸੁਜਾਨਪੁਰ ਦੀ ਗੱਲ ਕਰੀਏ ਤਾਂ ਲਿੰਕ ਰੋਡ ਜਿੰਨੇ ਵੀ ਨੇ, ਜੀ ਭਾਵੇਂ ਉਹ ਧਾਰ ਬਲਾਕ ਦੇ ਹੋਣ, ਸੁਜਾਨਪੁਰ ਦੇ ਹੋਣ, ਜਿੱਥੋਂ ਜਿੱਥੋਂ ਸੁਜਾਨਪੁਰ ਦੀ ਹੱਦ ਹੈਗੀ ਹੈ, ਲਿੰਕ ਰੋਡ ਬਹੁਤ ਖਸਤਾ ਹਾਲ। ਤੁਹਾਡੇ ਲਾਗੇ ਵੀ ਇੱਕ ਮੇਨ ਰੋਡ ਜਾਂਦਾ, ਉਹਦਾ ਵੀ ਬਹੁਤ ਬੁਰਾ ਹਾਲ ਹੈ। ਔਰ ਧਾਰ ਬਲਾਕ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੈ ਕਿ ਬਜਰੀ ਖਿਲਰ ਗਏ, ਢੇਰ ਬਣ ਗਏ, ਉੱਥੋਂ ਲੰਘਣਾ ਔਖਾ ਹੈ। ਇਹਨਾਂ ਬਾਰੇ ਕੋਈ ਸਟ੍ਰੈਟਜੀ ਹੈ ਜਾਂ ਕੋਈ ਗੱਲਬਾਤ ਹੋ ਰਹੀ ਹੈ ਸਰਕਾਰ ਦੇ ਨਾਲ? ਦੇਖੋ, ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ ਟਾਈਮ ਟੂ ਟਾਈਮ ਆਪਣੇ ਲੋਕਾਂ ਦੀਆਂ ਜੋ ਮੁਸ਼ਕਲਾਂ ਉਹਨਾਂ ਨੂੰ ਮੈਂ ਚੁੱਕਦਾ ਰਹਿਣਾ ਜੀ। ਥੋੜੇ ਦਿਨ ਪਹਿਲੇ ਮੰਡੀ ਬੋਰਡ ਦੇ ਆਫੀਸਰਸ ਨਾਲ ਮੇਰੀ ਗੱਲਾਂ ਹੋਈਆਂ ਇਸੇ ਮਸਲਿਆਂ ਦੇ ਕਿ ਜਿਹੜੇ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ, ਰੋਡਸ ਟੁੱਟੀਆਂ ਪਈਆਂ, ਇਹ ਆਪਣੀ ਵਾਲੀ ਰੋਡ ਜਿਹੜੀ ਹੈ ਜੁਗਿਆਲ ਵਾਲੀ ਰੋਡ ਹੈ, ਇਹ ਤੇ ਬਣ ਜਾਣੀ ਹੈ ਵੈਰੀ ਸ਼ਾਰਟਲੀ। ਇਹ ਸਾਰਾ ਕੰਮ ਕੰਪਲੀਟ ਹੈ, ਪੇਪਰਸ ਕੰਪਲੀਟ ਹੈ। ਇਹ PM ਪ੍ਰਧਾਨ ਮੰਤਰੀ ਸੜਕ ਯੋਜਨਾ 'ਚ ਇਹ ਬਣ ਜਾਣੀ ਹੈ 18 ਫੁੱਟ ਦੀ ਰੋਡ। ਜੁਗਿਆਲ ਜਿਹੜੀ ਦੂਸਰੀ ਰੋਡ ਹੈ ਧਰਿਆਲ ਵਾਲੀ, ਉਹ ਵੀ ਬਣ ਜਾਣੀ ਹੈ, ਪਰ ਲੋਕਾਂ ਨੂੰ ਕਾਫੀ ਉਹਦੇ ਨਾਲ ਸੁਵਿਧਾ ਮਿਲੇਗੀ। ਜਿੱਥੋਂ ਮਰਜ਼ੀ ਬਣੇ, ਜਿਹੜੇ ਮਰਜ਼ੀ ਫੰਡ 'ਚ ਬਣੇ, ਪਰ ਲੋਕਾਂ ਨੂੰ ਉਹ ਸੁਵਿਧਾ ਮਿਲਣੀ ਚਾਹੀਦੀ ਹੈ। ਮੈਂ ਇਹਦੇ ਲਈ ਪ੍ਰਯਾਸਰਤ ਹਾਂ ਕਿ ਬੜੀ ਜਲਦੀ ਇਹ ਬਣ ਜੇ। ਥੋੜਾ ਜਿਹਾ ਝਗੜਾ ਜ਼ਰੂਰ ਹੈ, ਮੈਂ ਇੱਥੇ ਸੜਕ ਦਾ ਕਿਸੇ ਨੇ ਸਟੇ ਵਗੈਰਾ ਲਿਆ, ਪਰ ਮੈਨੂੰ ਉਮੀਦ ਹੈ ਕਿ ਸੌਰਟ ਆਊਟ ਕੀਤਾ ਜਾਏਗਾ ਔਰ ਕਰਾਂਗੇ ਵੀ। ਸਰ, ਧਾਰ ਬਲਾਕ ਦੇ ਵਿੱਚ, ਸੁਜਾਨਪੁਰ ਦੇ ਵਿੱਚ ਇੱਕ ਨਾ ਕਿਸਾਨ ਮੋਰਚਾ ਇੱਕ ਬਣਿਆ ਹੋਇਆ ਜੀ, ਥੋੜੀ ਦੇਰ ਤੋਂ ਹੋਣ ਦੇ ਵਿੱਚ ਆਇਆ, ਜਿਹਦੇ ਵਿੱਚ ਕਾਫੀ ਸਰਪੰਚ ਵੀ ਨੇ, ਕੋਈ ਪੋਲੀਟੀਕਲ ਪਾਰਟੀ ਨਹੀਂ, ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ, ਸਰਪੰਚ, ਪੰਚ ਸਾਰੇ ਇਨਵੋਲਵ ਨੇ ਜੀ। ਉਹਨਾਂ ਦੇ ਏਜੰਡੇ ਬਾਰੇ ਨੌਲੇਜ ਹੈ ਕੋਈ ਕਿ ਉਹ ਕੀ ਚਾਹੁੰਦੇ ਨੇ ਜਾਂ ਕੀ ਮੋਰਚਾ ਕਿਉਂ ਸੰਘਰਸ਼ ਕਰ ਰਿਹਾ? ਮੈਨੂੰ ਦੇਖੋ ਗੱਲ ਸਮਝ ਆਉਂਦੀ ਹੈ ਕਿ ਜਿਹੜੇ ਲੋਕੀ ਉੱਥੇ ਐਜੀਟੇਸ਼ਨ ਕਰ ਰਹੇ ਆ, ਉਹ 27,500 ਏਕੜ ਜਿਹੜੀ ਵਨ ਵਿਭਾਗ ਦੇ ਨਾਮ ਤੇ ਚੜ ਗਈ ਹੈ ਜੀ। ਉਹਦਾ ਕੁਐਸਚਨ ਵਿਧਾਨ ਸਭਾ ਦੇ ਵਿੱਚ ਅਸ਼ਵਨੀ ਜੀ ਨੇ ਚੁੱਕਿਆ ਸੀ, ਮੈਂ ਵੀ ਚੁੱਕਣਾ ਸੀ, ਬਟ ਮੈਨੂੰ ਚਾਂਸ ਨਹੀਂ ਮਿਲਿਆ ਇਸ ਗੱਲ ਤੇ ਗੱਲ ਕਰਨ ਦਾ ਜੀ। ਔਰ 27,500 ਏਕੜ ਕੇਸ ਕਿਸੇ ਦਾ ਸੀ ਛੋਟਾ ਜਿਹਾ, ਕੋਈ 150 ਏਕੜ ਦਾ, ਤੇ ਇਫੈਕਟਡ ਹੋ ਗਏ ਸਾਰੇ 27,500 ਬੰਦਾ। ਮੈਂ ਕੋਸ਼ਿਸ਼ ਕਰਾਂਗਾ ਇਸ ਵਾਰੀ ਫਿਰ ਕੁਐਸਚਨ ਇਹ ਚੁੱਕਾਂ, ਦੁਬਾਰਾ ਜਿਹੜੀ ਲੋਕਾਂ ਦੀ ਬੰਦਾ ਹੱਕ ਹੈ ਉਹਨਾਂ ਨੂੰ ਮਿਲੇ। ਤੁਹਾਡਾ ਰਾਬਤਾ ਚੱਲ ਰਿਹਾ ਉਸ ਮੋਰਚੇ ਦੇ ਨਾਲ, ਗੱਲਬਾਤ ਹੋਈ ਹੈ? ਨਹੀਂ, ਮੈਨੂੰ ਉਹਨਾਂ ਨੇ ਕੰਟੈਕਟ ਨਹੀਂ ਕੀਤਾ, ਬਟ ਉਹਦੇ 'ਚ ਸਾਰੀ ਪੋਲੀਟੀਕਲ ਪਾਰਟੀਆਂ ਦੇ ਬੰਦੇ ਆ, ਕਾਂਗਰਸ ਦੇ ਵੀ ਹੈ, ਹੋਰ ਪਾਰਟੀਆਂ ਦੇ ਵੀ ਹੈ, ਔਰ ਉਹ ਆਪਣੇ ਹੱਕ ਦੀ ਲੜਾਈ ਲੜ ਰਹੇ। ਮੇਰਾ ਉਹਨਾਂ ਨੂੰ ਪੂਰਨ ਸਮਰਥਨ ਹੈ, ਔਰ ਮੈਂ ਜੋ ਉਹਨਾਂ ਦੇ ਵਾਸਤੇ ਕਰ ਸਕਾਂਗਾ ਵਿਧਾਨ ਸਭਾ ਦੇ ਵਿੱਚ ਉਹ ਕਰਨ ਦਾ ਯਤਨ ਵੀ ਕਰਾਂ ਜੀ। 2024 ਦੀਆਂ ਗੱਲਾਂ ਹਰ ਇੱਕ ਪਾਰਟੀ ਕਰ ਰਹੀ ਇਸ ਵੇਲੇ ਦੇ ਵਿੱਚ, ਔਰ ਕਈ ਤੇ ਵੀ ਕਹਿ ਰਹੇ ਨੇ ਕਿ ਮੋਦੀ ਜੀ ਦਾ ਕੋਈ ਮੁਕਾਬਲਾ ਨਹੀਂ ਜੀ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੈ ਕੇ। 24 ਦੇ ਵਿੱਚ ਇਹ ਗੱਲ ਕਰੀਏ ਜੀ, ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤੇ ਜਿਹੜੀ ਭਾਰਤ ਜੋੜੋ ਯਾਤਰਾ ਹੋਈ ਹੈ ਉਸ ਨੂੰ ਲੈ ਕੇ ਬੜੇ ਭੱਬਾਂ ਭਾਰ ਕਾਂਗਰਸ ਵੀ ਹੈਗੀ ਇਸ ਵੇਲੇ ਕਿ ਬੜਾ ਅੱਛਾ ਸਮਰਥਨ ਮਿਲਿਆ ਉਹਨਾਂ ਦਾ ਕਹਿਣਾ। ਸੋ ਜੇ ਬੜੀ ਵੱਡੀ ਗੱਲ ਨਾ ਕਰੀਏ, ਆਪਾਂ ਸਿਰਫ ਆਪਣੇ ਹਲਕੇ ਦੀ ਗੱਲ ਕਰੀਏ, ਜ਼ਿਲ੍ਹਾ ਪਠਾਨਕੋਟ ਦੀ, ਕਾਂਗਰਸ ਦੀ ਕੀ ਇਸ ਵੇਲੇ ਸਟ੍ਰੈਟਜੀ ਹੈ, ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਉਹ ਲੈ ਕੇ ਸਾਰੇ ਚੱਲ ਰਹੇ, ਕਿਉਂਕਿ ਤੁਸੀਂ ਜ਼ਿਲ੍ਹਾ ਪ੍ਰਧਾਨ ਵੀ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ 24 ਵਾਲੀ ਜੀ, ਉਹ 24 ਨੂੰ ਤੁਹਾਡੇ ਸਾਹਮਣੇ ਸਭ ਕੁਝ ਆ ਜਾਂਦਾ। ਲੋਕੀ ਬਹੁਤ ਪਰੇਸ਼ਾਨ ਹੈ, ਮਹਿੰਗਾਈ ਬਹੁਤ ਹੈ, ਉਸ ਤੋਂ ਲੋਕੀ ਤਰਾਸ ਕਰ ਰਹੇ ਆ। ਔਰ ਕਾਂਗਰਸ ਦੀ ਜਿਹੜੀ ਸਟ੍ਰੈਟਜੀ ਹੈ, ਤੁਹਾਨੂੰ ਪਤਾ ਕਿ ਸਾਡੇ ਇੱਕ ਮੌਜੂਦਾ ਮੈਂਬਰ ਪਾਰਲੀਮੈਂਟ ਭਾਰਤ ਜੋੜੋ ਯਾਤਰਾ ਦੇ ਵਿੱਚ ਜਿਨ੍ਹਾਂ ਦੀ ਕਾਰਡਿਕ ਅਰੈਸਟ ਕਰਕੇ ਡੈਥ ਹੋ ਗਈ ਸੀ, ਉੱਥੇ ਬਾਈ ਇਲੈਕਸ਼ਨ ਹੋਣਾ, ਔਰ ਚੌਧਰੀ ਸਾਹਿਬ ਦਾ ਜਿਹੜਾ ਬਾਈ ਇਲੈਕਸ਼ਨ ਹੈ ਉੱਥੋਂ ਸਾਰੀ ਰਣਨੀਤੀ ਤੈਅ ਹੋਏਗੀ। ਅਗਰ ਉਹ ਕਾਂਗਰਸ ਬਾਈ ਇਲੈਕਸ਼ਨ ਜਿੱਤ ਜਾਂਦੀ ਹੈ ਤੇ ਇੱਕ ਆਉਣ ਵਾਲਾ ਟਾਈਮ ਕੁਝ ਡਿਫਰੈਂਟ ਹੋਏਗਾ, ਇੱਕ ਵੇਵ ਬਣ ਜਾਏਗੀ, ਇੱਕ ਡਿਫਰੈਂਟ ਹੋਏਗਾ। ਉਸ ਤੋਂ ਬਾਅਦ ਅਗਰ ਜੇ ਅਸੀਂ ਇਹ ਇਲੈਕਸ਼ਨ ਜਿੱਤ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਮੋਰ ਦੈਨ 70% ਪਾਰਲੀਮੈਂਟ ਦੀ ਸੀਟ ਕਾਂਗਰਸ ਜਿੱਤ ਸਕਦੀ ਹੈ। ਜਿਸ ਤਰ੍ਹਾਂ ਕਿ ਬੀਜੇਪੀ ਦਾ ਕਹਿਣਾ ਕਿ ਕਿਉਂਕਿ ਸਨੀ ਦਿਓਲ ਵਾਲਾ ਜਿਹੜਾ ਐਪੀਸੋਡ ਰਿਹਾ ਸਾਡੇ ਹਲਕੇ ਦੇ ਨਾਲ, ਲੋਕ ਸਭਾ ਹਲਕੇ ਦੇ ਨਾਲ, ਉਹ ਸ਼ਾਇਦ ਪਾਰਟੀ ਉਹਨਾਂ ਦੀ ਪਾਰਟੀ ਨੂੰ ਜੋ ਮਨਜ਼ੂਰ ਨਹੀਂ ਹੈ ਜੋ ਉਹਨਾਂ ਨੂੰ ਹੋ ਚੁੱਕਿਆ। ਬਾਕੀ ਪਾਰਟੀ ਦੇ ਵਿਰੋਧ ਕਰਦੀਆਂ ਰਹੀਆਂ, ਲੋਕ ਤੇ ਕਹਿੰਦੇ ਰਹੇ ਨੇ ਕਿ ਸਨੀ ਦਿਓਲ ਹੋਰ ਇੱਥੇ ਨਹੀਂ ਵੜੇ, ਜਿਸ ਤਰ੍ਹਾਂ ਉਹਨਾਂ ਨੂੰ ਇੱਕ MP ਨੂੰ ਆਉਣਾ ਚਾਹੀਦਾ ਜਾਂ ਮੁੱਦੇ ਚੁੱਕਣੇ ਚਾਹੀਦੇ ਸੀਗੇ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਤਾਂ ਕਹਿਤਾ ਕਿ ਸਾਡਾ ਹੁਣ ਨੁਮਾਇੰਦਾ ਜਿਹੜਾ ਕੋਈ ਲੋਕਲ ਹੀ ਹੋਏਗਾ, ਹਲਕੇ ਦੇ ਵਿੱਚੋਂ ਹੀ ਹੋਏਗਾ, ਜਿਹਨੂੰ ਆਪਾਂ ਟਿਕਟ ਦੇਵਾਂਗੇ? ਕਾਂਗਰਸ ਦੀ ਕੋਈ ਰਣਨੀਤੀ ਕੋਈ ਹੈ ਇਸ ਤਰ੍ਹਾਂ ਦੀ ਕਿ ਕਿਸ ਤਰ੍ਹਾਂ ਦਾ ਕੈਂਡੀਡੇਟ ਜਾਂ ਕਿਸ ਇਲਾਕੇ ਤੋਂ ਬਿਲੋਂਗ? ਕਿਉਂਕਿ ਜਾਖੜ ਜੀ ਜਦੋਂ ਕਾਂਗਰਸ ਸੀਗੇ ਤੇ ਇੱਥੋਂ ਲੜ ਕੇ ਜਿੱਤੇ ਵੀ ਨੇ, ਸੋ ਹੁਣ ਕੀ ਸਟੇਟਸ ਰਹੂਗਾ, ਕੁਝ ਉਹਦੇ ਬਾਰੇ ਜਾਣਕਾਰੀ? ਦੇਖੋ, ਟਿਕਟ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹਾਂਗਾ, ਨਾ ਹੀ ਮੈਨੂੰ ਇੰਨਾ ਅਖਤਿਆਰ ਹੈ, ਕਿਉਂਕਿ ਟਿਕਟ ਦਾ ਫੈਸਲਾ ਸਾਡੀ ਪਾਰਟੀ ਹਾਈ ਕਮਾਂਡ ਨੇ ਕਰਨਾ, ਸੈਂਟਰਲ ਇਲੈਕਸ਼ਨ ਕਮੇਟੀ ਨੇ ਕਰਨਾ। ਉਹ ਜਿਹਨੂੰ ਟਿਕਟ ਦੇਣਗੇ, ਅਸੀਂ ਕਾਂਗਰਸ ਪਾਰਟੀ ਦੇ ਵਰਕਰ ਹਾਂ,
मैं इत्थों का विधायक है, मेरा एरिया है, मैं ਇਹਦੇ ਵਿੱਚ ਜੋ ਬਣ ਪਾਏਗਾ ਪਾਰਟੀ ਲਈ ਮੈਂ ਆਪਣਾ ਯੋਗਦਾਨ ਪਾਵਾਂਗਾ ਔਰ ਟਿਕਟ ਦਾ ਫੈਸਲਾ ਤੇ ਪਾਰਟੀ ਹਾਈ ਕਮਾਂਡ। ਕਿਉਂਕਿ ਭਾਵੇਂ ਤੁਸੀਂ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਹੋ ਜੀ, ਪਰ ਕਿਤੇ ਨਾ ਕਿਤੇ ਤੁਸੀਂ ਵੀ ਵੋਟਰ ਵੀ ਹੋ, ਤੁਸੀਂ ਨਾਗਰਿਕ ਵੀ ਹੋ ਇਸ ਹਲਕੇ ਦੇ। ਸੋ ਸਨੀ ਦਿਓਲ ਵਾਲਾ ਐਪੀਸੋਡ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ 5 ਸਾਲ ਵਾਲਾ ਜਿਹੜਾ? ਚਲੋ ਨਹੀਂ ਆ ਪਾਏ ਉਹਦਾ ਸਾਰਿਆਂ ਨੂੰ ਇਸ ਗੱਲ ਦਾ ਮਲਾਲ ਤੇ ਜ਼ਰੂਰ ਹੈ ਜੀ, ਪਰ ਉਹਨਾਂ ਦੇ ਆਪਣੇ ਕਈ ਪਰਸਨਲ ਰੀਜ਼ਨ ਹੋ ਸਕਦੇ ਆ। ਪਰ ਮੈਂ ਕਹਿੰਦਾ ਕਿ ਸਨੀ ਜੀ ਅਗਰ ਨਹੀਂ ਆ ਪਾਏ, ਮੇਰਾ ਸੁਜਾਨਪੁਰ ਬੜਾ ਤਰਾਸਦੀ ਦਾ ਮਾਰਿਆ, ਬੜੀ ਇੱਥੇ ਰਾਜਨੀਤਿਕ ਉਠਾਪਟਲ ਦੇ ਨਾਲ ਨੁਕਸਾਨ ਹੋਇਆ ਇਸ ਹਲਕੇ ਨੂੰ। ਮੈਂ ਚਾਹਾਂਗਾ ਕਿ ਜਿਹੜਾ ਉਹਨਾਂ ਨੂੰ 5 ਕਰੋੜ ਰੁਪਏ ਦਾ ਫੰਡ ਮਿਲਦਾ ਸਾਲਾਨਾ, MP ਡਿਵੈਲਪਮੈਂਟ ਫੰਡ ਮਿਲਦਾ, ਉਹ ਸੁਜਾਨਪੁਰ ਹਲਕੇ ਨੂੰ ਦੇਣ, ਇਹਦੀ ਨੁਹਾਰ ਬਦਲੇ ਔਰ ਇਹਦਾ ਕ੍ਰੈਡਿਟ ਸਨੀ ਜੀ ਨੂੰ ਵੀ ਜਾਏ। ਤੇ ਮੈਂ ਇਹੋ ਮੰਗ ਕਰਾਂਗਾ ਸਨੀ ਜੀ, ਅਗਰ ਇਹ ਤੁਸੀਂ ਵੀਡੀਓ ਦੇਖੋ ਤੇ ਮੈਂ ਤੁਹਾਡਾ ਛੋਟਾ ਵੀਰ ਹਾਂ ਔਰ ਸੁਜਾਨਪੁਰ ਦੀ ਜਨਤਾ ਤੁਹਾਡਾ ਰਾਹ ਦੇਖ ਰਹੀ ਹੈ। ਚਲੋ ਤੁਸੀਂ ਨਹੀਂ ਆ ਸਕੇ ਕੋਈ ਗੱਲ ਨਹੀਂ, ਪਰ ਉਹ ਫੰਡ ਘੱਟੋ ਘੱਟ ਸੁਜਾਨਪੁਰ ਨੂੰ ਮੁਹੱਈਆ ਕਰਾ ਦਿਓ ਤਾਂ ਜੋ ਸੁਜਾਨਪੁਰ ਦੀ ਨੁਹਾਰ ਬਦਲ ਸਕੇ। ਦਿਨੇਸ਼ ਸਿੰਘ ਬੱਬੂ ਜੀ ਜਿਹੜੇ ਸਾਬਕਾ ਇੱਥੋਂ MLA ਵੀ ਰਹੇ ਨੇ, ਡਿਪਟੀ ਸਪੀਕਰ ਵੀ ਰਹੇ ਨੇ, ਪਿਛਲੇ 5 ਸਾਲ ਉਹਨਾਂ ਦੇ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀਗੀ ਜੀ, ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਜੀ, ਹੁਣ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਰੋਲ ਇਸ ਵੇਲੇ ਕੀ ਹੋਣਾ ਚਾਹੀਦਾ ਸੀ? ਕਿਉਂਕਿ ਸੈਂਟਰ 'ਚ ਸਰਕਾਰ ਜਿਹੜੀ BJP ਦੀ ਹੈ, ਕੋਈ ਹੈਲਪ ਹੋ ਸਕਦੀ ਹੈ ਇਲਾਕੇ ਨੂੰ? ਮੈਂ ਤਾਂ ਇਹੋ ਹੀ ਰਿਕੁਐਸਟ ਕਰਾਂਗਾ ਦਿਨੇਸ਼ ਜੀ ਨੂੰ ਕਿ ਤੁਸੀਂ ਵੀ ਪਾਰਟੀ ਦੇ ਵਿਧਾਇਕ ਰਹੇ ਹੋ, ਤੁਸੀਂ ਡਿਪਟੀ ਸਪੀਕਰ ਰਹੇ ਹੋ ਔਰ ਤੁਹਾਡੇ ਮੈਂਬਰ ਪਾਰਲੀਮੈਂਟ ਹੈ। ਜਿੱਦਾਂ ਮੈਂ ਰਿਕੁਐਸਟ ਕੀਤੀ ਸਨੀ ਜੀ ਨੂੰ, ਉਹੋ ਹੀ ਮੈਂਬਰ ਪਾਰਲੀਮੈਂਟ ਦੇ MP ਡਿਵੈਲਪਮੈਂਟ ਫੰਡ ਇੱਥੇ ਲਿਆਉਣ ਸੁਜਾਨਪੁਰ 'ਚ, ਜੋ ਤੁਸੀਂ 5 ਸਾਲ ਨਹੀਂ ਕਰ ਪਾਏ ਔਰ 1 ਸਾਲ 'ਚ ਮੈਂ ਨਹੀਂ ਕਰ ਪਾਇਆ, ਉਹ ਰਲ ਮਿਲ ਕੇ ਪ੍ਰਯਾਸ ਕਰੀਏ। ਸੁਜਾਨਪੁਰ ਦੇ ਹਲਕੇ ਦੀ ਮਕਸਦ ਇੱਕੋ ਹੀ ਹੈ ਕਿ ਸਾਡਾ ਇਲਾਕਾ, ਸਾਡੇ ਲੋਕ ਖੁਸ਼ਹਾਲ ਹੋਣ, ਬਸ ਦੈਟਸ ਇਟ। ਇਸ ਤੋਂ ਵੱਧ ਮੇਰੀ ਕੋਈ ਮਨਸ਼ਾ ਨਹੀਂ ਹੈ। ਵਿਧਾਇਕ ਬਣਨਾ ਸੀ, ਲੋਕਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ, ਪਰ ਮੈਂ ਹੁਣ ਚਾਹੁੰਦਾ ਕਿ ਲੋਕਾਂ ਦੀ ਤਰੱਕੀ ਹੋਏ, ਲੋਕਾਂ ਦੀ ਬੁਨਿਆਦੀ ਸੁਵਿਧਾ ਦਾ ਅਭਾਵ ਹੈ ਉਹ ਦੂਰ ਹੋਏ। ਆਖਰੀ ਸਵਾਲ ਹੈ, 24 ਦੇ ਇਲੈਕਸ਼ਨਾਂ ਨੂੰ ਲੈ ਕੇ ਵੋਟਰਸ ਜਿਹੜੇ ਨੇ, ਜਾਂ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਕਰਨਾ ਜਾਂ ਫਿਰ ਜਿਹੜੇ ਰੈਗੂਲਰ ਵੋਟ ਕਰ ਰਹੇ ਨੇ, ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤੇ ਸਾਰੇ ਨੌਜਵਾਨ ਸਾਥੀਆਂ ਨੂੰ ਇਹੋ ਕਹਾਂਗਾ ਕਿ ਤੁਸੀਂ ਆਪਣਾ, ਤੁਹਾਡੀ ਬਹੁਤ ਜ਼ਿੰਦਗੀ ਪਈ ਹੈ, ਤੁਹਾਡਾ ਭਵਿੱਖ ਸਾਹਮਣੇ ਖੜਾ, ਤੁਸੀਂ ਉਹਨੂੰ ਦੇਖ ਕੇ ਦੇਖੋ। ਇੱਕਦਮ ਡਿਸੀਜਨ ਨਹੀਂ ਕਰੀਦਾ ਕਿ ਇਹ ਬੰਦੇ ਨੇ ਕੁਝ ਨਹੀਂ ਕੀਤਾ ਜੀ, ਆਪਾਂ ਫੇਸਬੁੱਕ ਤੇ ਉਹਦੇ ਤੇ ਸੋਸ਼ਲ ਮੀਡੀਆ ਤੇ ਉਹਦੇ ਖਿਲਾਫ ਬੋਲੀਏ। ਉਹਨੂੰ ਟਾਈਮ ਤੇ ਦਿਓ, ਕਿਉਂਕਿ ਕਿਸੇ ਦੇ ਹੱਥ ਜਾਦੂ ਦੀ ਛੜੀ ਨਹੀਂ ਹੈ ਕਿ ਚਮਤਕਾਰ ਹੋ ਜੇ। ਹਾਲਾਤਾਂ ਦਾ ਦੇਖੋ, ਮੈਂ ਹਾਲਾਤਾਂ ਨਾਲ ਜੂਝ ਰਿਹਾ। ਲੋਕਾਂ ਨੇ ਵੋਟ ਪਾਣੇ, ਨੌਜਵਾਨ ਸਾਥੀਆਂ ਨੇ ਜਿਨ੍ਹਾਂ ਦੇ ਨਵੇਂ ਵੋਟ ਬਣੇ 18 ਸਾਲ ਦੇ, ਉਹਨਾਂ ਨੇ ਆਪਣਾ ਭਵਿੱਖ ਦੇਖਣਾ, ਦੇਖ ਕੇ ਵੋਟਾਂ ਪਾਉਣ ਤਾਂ ਜੋ ਸਾਡਾ ਹਿੰਦੁਸਤਾਨ, ਸਾਡਾ ਪੰਜਾਬ, ਸਾਡਾ ਇਹ ਕੌਂਸਟੀਚੁਐਂਸੀ ਖੁਸ਼ਹਾਲ ਹੋ ਸਕੇ। ਬਹੁਤ ਬਹੁਤ ਸ਼ੁਕਰੀਆ, ਕੀਮਤੀ ਸਮਾਂ ਤੁਸੀਂ ਦਿੱਤਾ। ਸੋ ਨਰੇਸ਼ ਪੁਰੀ ਜੀ ਦਾ ਕਹਿਣਾ ਹੈ ਕਿ ਜੋ MP ਫੰਡ ਮਿਲਦਾ ਹੈ, ਅਗਰ ਉਹ ਇਲਾਕੇ ਨੂੰ ਟਾਈਮ ਨਾਲ ਮਿਲ ਜਾਵੇ ਤੇ ਅਜੇ ਵੀ ਸਮਾਂ ਹੈਗਾ, ਡਿਵੈਲਪਮੈਂਟ ਬੜੇ ਅੱਛੇ ਤਰੀਕੇ ਨਾਲ ਹੋ ਸਕਦੀ ਹੈ। ਔਰ ਇਹਨਾਂ ਦੀ ਗੱਲਬਾਤ ਵੀ ਲੀਡਰਸ ਦੇ ਨਾਲ ਹੋ ਰਹੀ ਹੈ, ਜਿਹੜੇ ਮੰਤਰੀ ਨੇ ਉਹਨਾਂ ਹੋ ਰਹੀ ਹੈ। ਉਹ ਗੱਲ ਵੱਖਰੀ ਹੈ ਕਿ ਸਰਕਾਰ ਉਹਨਾਂ ਦੀ ਹੈ, ਪਰ ਪ੍ਰਯਾਸ ਇੱਕ ਵਿਧਾਇਕ ਵੱਲੋਂ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ। ਸੋ ਕੁਝ ਲਿੰਕ ਰੋਡ ਜਿਹੜੇ ਦੱਸੇ ਇਹਨਾਂ ਨੇ ਕਿ ਬਹੁਤ ਜਲਦ ਬਣਨ ਵਾਲੇ ਨੇ, ਬਾਕੀਆਂ ਤੇ ਕੰਮ ਚੱਲ ਰਿਹਾ। ਸੋ ਇੱਕ ਬੜੇ ਸੁਚੱਜੇ ਢੰਗ ਨਾਲ ਉਹਨਾਂ ਨੇ ਦੱਸਿਆ ਕਿ ਸੁਜਾਨਪੁਰ ਇਸ ਵੇਲੇ ਕਿਸ ਕੰਡੀਸ਼ਨ ਦੇ ਵਿੱਚ ਹੈ ਔਰ ਨਵੇਂ ਵੋਟਰਸ ਦੇ ਲਈ ਕੀ ਮੈਸੇਜ ਹੈ, ਕਿਸ ਤਰ੍ਹਾਂ ਉਹਨਾਂ ਨੂੰ ਕੀ ਸੋਚ ਕੇ ਵੋਟ ਪਾਉਣਾ ਚਾਹੀਦਾ। ਇਹ ਬੜਾ ਖੁੱਲ੍ਹ ਕੇ ਜਵਾਬ ਜਿਹੜਾ ਬੇਬਾਕ ਤਰੀਕੇ ਨਾਲ ਨਰੇਸ਼ ਪੁਰੀ ਹੋਰਾਂ ਨੇ ਦਿੱਤਾ। कैमरामैन सुनील के साथ संजीव मंगोत्रा, TNN सुजानपुर। संदीपनी गुरुकुल एकदम वैसा ही स्कूल जैसा हमें चाहिए था। ऐसा स्कूल जिसने वैदिक भारत की गुरुकुल शिक्षा पद्धति पर शोध किया और अपने आप को वैसा ही बनाया। एकदम वैसा ही गुरुकुल जैसा वैदिक काल में होता था, जहाँ राजकुमार, राजकुमारियाँ व ब्रह्म स्वरूप ईश्वरीय शक्तियाँ शिक्षा प्राप्त कर अपने राज्य के उत्कृष्ट सम्राट बनते थे। भारत एक विश्व गुरु था। 530 ईसा पूर्व तक दुनिया की आधी से ज्यादा संपत्ति भारत के पास थी और फिर शुरू हुआ भारत पर आक्रमण का सिलसिला और मेरा भारत लुटता रहा, कभी धन संपदा से तो कभी ज्ञान संपदा से। हमारे गुरुकुल इतने महान थे कि इनमें दुनिया को बदल दे ऐसा ज्ञान दिया जाता था। 18 अलग अलग विषयों में शिक्षा दी जाती थी। 1858 में ब्रिटिश सरकार एक एजुकेशन एक्ट लाई। लॉर्ड मैकॉले ने तब सबसे पहले एक सर्वे करवाया। सर्वे में यह पाया गया कि भारत का लिटरेसी रेट 97% है। यह जानकर उनको बहुत हैरानी हुई और उन्होंने सभी गुरुकुलों में आग लगा दी और सभी गुरुओं को मारा गया और फिर आगमन हुआ कॉन्वेंट सिस्टम का। आओ भारत को जागृत करें, ऋषि मुनियों के ज्ञान को बचाना है और अपनी आने वाली पीढ़ी तक पहुंचाना है। एक दूसरे का साथ दे और आधुनिक युग के भारत को विश्व गुरु बनाने वाली गुरुकुल शिक्षा को उजागर करें। बच्चों में कोडिंग, आर्टिफिशियल इंटेलिजेंस, एप्लीकेशन डेवलपमेंट, एथिकल हैकिंग, पब्लिक स्पीकिंग के साथ साथ ब्रह्मचर्य, मंत्रोच्चारण, निर्भय तथा सत्य जैसे दैवीय गुणों के संगम से प्रत्येक विद्यार्थी को महानता की ओर ले चले।